ਬੇਅੰਤ ਕੌਰ ਤੇ 306 ਦਾ ਪਰਚਾ ਤਾਂ ਦਰਜ ਹੋ ਚੁੱਕਿਆ ਹੈ, ਪਰ ਇਸ ਦੇ ਬਾਵਜੂਦ ਵੀ ਬੇਅੰਤ ਕੌਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਡਿਪੋਰਟ ਨਹੀਂ ਹੋਵੇਗੀ। ਕੀ ਇਸ ਗੱਲ ਦੇ ਵਿੱਚ ਕੁਝ ਸੱਚਾਈ ਹੈ? ਕੀ ਬੇਅੰਤ ਕੌਰ ਪੰਜਾਬ ਦੇ ਵਿੱਚ ਨਹੀਂ ਆਵੇਗੀ? ਕੀ ਉਹ ਸਾਰੇ ਲੋਕ ਨਿਰਾਸ਼ ਹੋ ਜਾਣਗੇ ਜਿਹੜੇ ਲੋਕ ਇਹ ਜਿਹੇ ਮਾਮਲਿਆਂ ਦੇ ਵਿੱਚ ਫਸੇ ਹੋਏ ਨੇ ਅਤੇ ਇਨਸਾਫ ਦੀ ਮੰਗ ਕਰ ਰਹੇ ਨੇ? ਲਵਪ੍ਰੀਤ ਲਾਡੀ ਦੇ ਕੈਨੇਡੀਅਨ ਵਕੀਲ ਅਸ਼ੋਕ ਅਰੋੜਾ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਸੀ ਅਤੇ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਜਿਸ ਨੂੰ ਕਿਹਾ ਜਾ ਰਿਹਾ ਸੀ ਕਿ ਨਹੀਂ ਆਈ ਹੈ। ਬੇਅੰਤ ਕੌਰ ਦੇ ਰਿਸ਼ਤੇਦਾਰ ਦੇ ਵੱਲੋਂ ਕਿਹਾ ਗਿਆ ਕਿ ਕੋਈ ਪੋਸਟਮਾਰਟਮ ਰਿਪੋਰਟ ਹੀ ਨਹੀਂ ਆਈ, ਸਿਰਫ ਦਬਾਅ ਦੇ ਵਿੱਚ ਆ ਕੇ 306 ਦੀ ਧਾਰਾ ਜੋੜੀ ਗਈ ਹੈ। ਇਸ ਗੱਲ ਦਾ ਸਾਫ਼ ਤੌਰ ਤੇ ਜਵਾਬ ਦਿੱਤਾ ਗਿਆ ਕੈਨੇਡੀਅਨ ਵਕੀਲ ਦੇ ਵੱਲੋਂ ਅਤੇ ਰਿਪੋਰਟ ਵੀ ਦਿਖਾਈ ਗਈ ਹੈ। ਪੁਲਿਸ ਇਸ ਤਰ੍ਹਾਂ ਵਾਅਦਾ ਨਹੀਂ ਕਰਦੀ ਕਿਸੇ ਵੀ ਮਾਮਲੇ ਦੇ ਵਿੱਚ, ਭਾਵੇਂ ਕੋਈ ਕਿੰਨੇ ਵੀ ਗੇੜੇ ਕਿਉਂ ਨਾ ਮਾਰ ਲਵੇ, ਭਾਵੇਂ ਕਿੰਨਾ ਵੀ ਦਬਾਅ ਕਿਉਂ ਨਾ ਪਾ ਦਿੱਤਾ ਜਾਵੇ। ਉਹਨਾਂ ਦਾ ਕਹਿਣਾ ਸੀ ਕਿ 306 ਦਾ ਪਰਚਾ ਜਿਹੜਾ ਦਰਜ ਹੋਇਆ ਉਹ ਇਸੇ ਆਧਾਰ ਤੇ ਕੀਤਾ ਗਿਆ ਕਿਉਂਕਿ ਪੁਲਿਸ ਦੇ ਕੋਲ ਸਬੂਤ ਹੈ। ਪੁਲਿਸ ਨੇ 2 ਮਹੀਨੇ ਛਾਣਬੀਣ ਕੀਤੀ ਸੀ ਇਸ ਪੂਰੇ ਕੇਸ ਦੀ, ਉਸ ਤੋਂ ਬਾਅਦ ਹੀ ਇਹ ਕਾਰਵਾਈ ਕਰਦੇ ਹੋਏ 306 ਦਾ ਪਰਚਾ ਦਰਜ ਕੀਤਾ ਗਿਆ। ਬੇਅੰਤ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ, ਰਿਸ਼ਤੇਦਾਰਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਚੇ ਭਾਵੇਂ 50 ਹੋ ਜਾਣ ਪਰ ਇਸ ਆਧਾਰ ਤੇ ਉਹ ਡਿਪੋਰਟ ਨਹੀਂ ਹੋਵੇਗੀ। ਕੀ ਕੈਨੇਡਾ ਦੇ ਵਿੱਚ ਕੀਤੇ ਗਏ ਕ੍ਰਾਈਮ ਨੂੰ ਬਾਹਰਲੇ ਦੇਸ਼ ਦੇ ਵਿੱਚ ਨਹੀਂ ਦੇਖਿਆ ਜਾਂਦਾ? ਜੇਕਰ ਆਪਾਂ ਇਸ ਸਵਾਲ ਤੇ ਹੋਰ ਡੂੰਘਾਈ ਦੇ ਨਾਲ ਨਜ਼ਰ ਮਾਰੀਏ ਤਾਂ ਕੈਨੇਡੀਅਨ ਵਕੀਲ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਡਿਪੋਰਟ ਜ਼ਰੂਰ ਹੋਵੇਗੀ ਕਿਉਂਕਿ ਉਸਨੇ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਵੀ ਕਈ ਕਾਨੂੰਨ ਤੋੜੇ ਨੇ, ਭਾਵੇਂ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਹੋਵੇ ਜਾਂ ਫਿਰ ਵਰਕ ਪਰਮਿਟ ਦੀ ਐਪਲੀਕੇਸ਼ਨ ਹੀ ਕਿਉਂ ਨਾ ਹੋਵੇ। ਉਹਨਾਂ ਦਾ ਕਹਿਣਾ ਸੀ ਕਿ ਮੈਡੀਕਲ ਰਿਪੋਰਟ ਆ ਚੁੱਕੀ ਹੈ, ਸੀਨੀਅਰ ਮੈਡੀਕਲ ਅਫਸਰ ਦੇ ਦਸਤਖਤ ਇਸ ਰਿਪੋਰਟ ਦੇ ਉੱਪਰ ਕੀਤੇ ਹੋਏ ਨੇ। ਵਿਸਰਾ ਰਿਪੋਰਟ ਤੋਂ ਬਾਅਦ ਹੀ ਇਹ ਸਾਰੀ ਕਾਰਵਾਈ ਹੋਈ ਹੈ ਕਿ ਬੇਅੰਤ ਕੌਰ ਦੇ ਉੱਪਰ 420 ਤੋਂ ਬਾਅਦ 306 ਦਾ ਪਰਚਾ ਦਰਜ ਕਰ ਲਿਆ ਗਿਆ। ਇਹ ਦਵਾਈ ਪੀ ਕੇ ਸੁਸਾਈਡ ਕੀਤੀ ਗਈ ਹੈ ਜਾਂ ਫਿਰ ਇੰਜੈਕਟ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਜੇਕਰ ਇਹ ਦੋਵੇਂ ਪਰਚੇ ਨੇ ਜਿਹੜੇ 420 ਅਤੇ 306 ਦੇ ਨਾ ਵੀ ਹੁੰਦੇ ਫਿਰ ਵੀ ਉਹਨਾਂ ਨੇ ਬੇਅੰਤ ਕੌਰ ਨੂੰ ਹਰ ਹਾਲ ਦੇ ਵਿੱਚ ਡਿਪੋਰਟ ਕਰਵਾ ਦੇਣਾ ਸੀ ਕਿਉਂਕਿ ਕੈਨੇਡੀਅਨ ਕਾਨੂੰਨ ਦੇ ਮੁਤਾਬਕ ਉਸਨੇ ਕੁਝ ਕਾਨੂੰਨ ਤੋੜੇ ਨੇ ਅਤੇ ਉਹ ਸਾਰੀ ਐਪਲੀਕੇਸ਼ਨਸ ਦੇ ਵਿੱਚ ਉਸਦੇ ਝੂਠ ਫੜੇ ਜਾ ਚੁੱਕੇ ਨੇ। ਇੱਕ ਹੋਰ ਸਵਾਲ ਜੋ ਕਿ ਬੇਅੰਤ ਕੌਰ ਦੇ ਰਿਸ਼ਤੇਦਾਰ ਦੇ ਵੱਲੋਂ ਖੜਾ ਕੀਤਾ ਗਿਆ ਸੀ ਕਿ ਇਹ ਦਵਾਈ ਜੇਕਰ ਲੀਵਰ ਦੇ ਵਿੱਚ ਹੈ ਫਿਰ ਇਸ ਨੂੰ ਪੀਤਾ ਗਿਆ ਤੇ ਜੇਕਰ ਬਲੱਡ ਦੇ ਵਿੱਚ ਹੈ ਤਾਂ ਉਸ ਨੂੰ ਇੰਜੈਕਟ ਕੀਤਾ ਗਿਆ, ਯਾਨੀ ਕਿ ਕਿਸੇ ਤਰ੍ਹਾਂ ਲੈਣ ਦੀ ਗੱਲ ਕੀਤੀ ਜਾ ਰਹੀ ਸੀ ਨਸ਼ੇ ਨੂੰ। ਤਾਂ ਰੀਜ਼ਨ ਚਾਹੇ ਜੋ ਵੀ ਹੋਵੇ ਸੁਸਾਈਡ ਦਾ, ਇੱਥੇ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਤਰੀਕਾ ਕੋਈ ਵੀ ਹੋਵੇ ਜੇ ਪਰ ਰੀਜ਼ਨ ਇਹੀ ਸੀ ਕਿ ਉਸਨੇ ਸੁਸਾਈਡ ਕੀਤਾ ਅਤੇ ਮਕਸਦ ਸੀ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ। ਜ਼ਿੰਦਗੀ ਖਤਮ ਗਈ ਹੈ, ਤੰਗ ਪਰੇਸ਼ਾਨ ਹੋ ਕੇ ਬੇਅੰਤ ਕੌਰ ਦੀ ਚੈਟ ਜਿਹੜੀ ਸਾਹਮਣੇ ਆਈ ਹੈ ਉਸ ਆਧਾਰ ਤੇ ਕਿਹਾ ਗਿਆ ਕਿ ਲਵਪ੍ਰੀਤ ਲਾਡੀ ਕਾਫੀ ਜ਼ਿਆਦਾ ਪਰੇਸ਼ਾਨ ਸੀ, ਕਿਸੇ ਹੋਰ ਮੁੰਡੇ ਦੇ ਨਾਲ ਉਸਦੀ ਪਤਨੀ ਰਹਿੰਦੀ ਹੋਵੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਮੁੰਡੇ ਤੇ ਕੀ ਬੀਤਦੀ ਹੋਵੇਗੀ। ਪੈਸੇ ਵੀ ਲੱਗੇ ਹੋਏ ਸਨ ਲਵਪ੍ਰੀਤ ਲਾਡੀ ਦੇ ਅਤੇ ਬੇਅੰਤ ਕੌਰ ਦੇ ਰਵੱਈਏ ਨੂੰ ਦੇਖਦੇ ਹੋਏ ਕਾਫੀ ਪਰੇਸ਼ਾਨ ਸੀ ਅਤੇ ਇਹੀ ਕਾਰਨ ਸੀ ਕਿ ਉਸਨੇ ਆਪਣੀ ਜ਼ਿੰਦਗੀ ਖਤਮ ਕੀਤੀ ਹੈ। ਵਕੀਲ ਸਾਹਿਬ ਦਾ ਕਹਿਣਾ ਸੀ ਤਰੀਕਾ ਕੋਈ ਵੀ ਹੋਵੇ ਪਰ ਮਕਸਦ ਉਸਦਾ ਜ਼ਿੰਦਗੀ ਖਤਮ ਕਰਨਾ ਸੀ, ਸੁਸਾਈਡ ਕਰਨਾ ਹੀ ਸੀ। ਹਾਲਾਤ ਨੇ ਉਸ ਨੂੰ ਮਜਬੂਰ ਕੀਤਾ ਸੀ, ਬੇਅੰਤ ਕੌਰ ਨੇ ਮਜਬੂਰ ਕੀਤਾ ਸੀ। ਕਿਹਾ ਗਿਆ ਕਿ ਇਸੇ ਕਰਕੇ ਹੀ ਮਜਬੂਰ ਕਰਨ ਦੀ ਧਾਰਾ 306 ਬੇਅੰਤ ਕੌਰ ਤੇ ਲੱਗੀ ਹੈ। ਵਕੀਲ ਸਾਹਿਬ ਦਾ ਕਹਿਣਾ ਸੀ ਚਾਹੇ ਦੋਵੇਂ ਧਾਰਾਵਾਂ ਵੀ ਨਾ ਹੁੰਦੀਆਂ ਫਿਰ ਵੀ ਉਹ ਡਿਪੋਰਟ ਕਰਾਉਣ ਦਾ ਵਾਅਦਾ ਕਰਦੇ ਨੇ ਕਿ ਬੇਅੰਤ ਕੌਰ ਨੇ ਪੱਕਾ ਹੀ ਡਿਪੋਰਟ ਹੋ ਜਾਣਾ ਸੀ। ਦੱਸਿਆ ਗਿਆ ਕਿ ਕਿਸ ਬੇਸ ਤੇ ਹੋਣੀ ਸੀ ਡਿਪੋਰਟ, ਤਾਂ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਬੇਅੰਤ ਕੌਰ ਨੇ ਡਿਪੋਰਟ ਹੋਣਾ ਸੀ। ਸਟੱਡੀ ਵੀਜ਼ਾ ਐਪਲੀਕੇਸ਼ਨ, ਵਰਕ ਪਰਮਿਟ ਐਪਲੀਕੇਸ਼ਨ, ਇਹਨਾਂ ਦੇ ਵਿੱਚ ਬੇਅੰਤ ਕੌਰ ਦੇ ਵੱਲੋਂ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਨੇ ਤੇ ਇਹ ਗਲਤੀਆਂ ਵਕੀਲ ਦੇ ਵੱਲੋਂ ਫੜ ਲਈਆਂ ਗਈਆਂ। ਇਹ ਕੇਸ ਭਾਵੇਂ ਚੱਲਦਾ ਰਹੇਗਾ ਜਿਹੜੀਆਂ ਕਿ 420 ਤੇ 306 ਦੀ ਧਾਰਾ ਲੱਗੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਵੱਡੇ ਕੇਸਾਂ ਦੇ ਵਿੱਚ ਵੱਡੇ ਵਿਅਕਤੀ ਨੇ ਜਿਹੜੇ ਭਾਵੇਂ ਉਹ ਕੋਈ ਐਕਟਰ ਹੋਵੇ ਜਾਂ ਫਿਰ ਕਿਸੇ ਵੱਡੀ ਪਾਰਟੀ ਨਾਲ ਜੁੜਿਆ ਬੰਦਾ ਹੋਵੇ ਉਹਨਾਂ ਨੂੰ ਵੀ 5-5 ਸਾਲ ਦੇ ਲਈ ਬੈਨ ਕਰ ਦਿੱਤਾ ਗਿਆ ਕੈਨੇਡਾ ਦੇ ਵਿੱਚ। ਉਹ ਵੱਡੇ ਬੰਦੇ ਨੇ, ਅਸਰ ਰਸੂਖ ਰੱਖਦੇ ਨੇ ਉਹ। ਫਿਰ ਅਜਿਹੇ ਹਾਲਾਤ ਦੇ ਵਿੱਚ ਬੇਅੰਤ ਕੌਰ ਆਖਿਰਕਾਰ ਕੀ ਚੀਜ਼ ਹੈ? ਕ੍ਰਾਈਮ ਕਰਕੇ ਲੋਕ ਬਾਹਰ ਜਾਂਦੇ ਨੇ, ਉਹਨਾਂ ਦਾ ਕੁਝ ਨਹੀਂ ਕਰ ਸਕਦੀ ਪੁਲਿਸ, ਇਹ ਕਹਿਣਾ ਸੀਗਾ
ਕੁਝ ਲੋਕਾਂ ਦਾ, ਪਰ ਫਿਰ ਵੀ ਬੇਅੰਤ ਕੌਰ ਡਿਪੋਰਟ ਜ਼ਰੂਰ ਹੋਵੇਗੀ। ਇਸ ਗੱਲ ਦਾ ਵਾਅਦਾ ਕੀਤਾ ਗਿਆ ਕਿਉਂਕਿ ਅਸਾਈਲਮ ਉਸ ਨੂੰ ਨਹੀਂ ਮਿਲ ਸਕਦੀ। ਕਿਉਂ ਨਹੀਂ ਮਿਲ ਸਕਦੀ, ਇਸ ਦਾ ਆਧਾਰ ਦੱਸਿਆ ਗਿਆ ਕਿ ਉਹ ਕ੍ਰਿਮੀਨਲ ਹੈ। ਜੇਕਰ ਉਹ ਅਸਾਈਲਮ ਲੈਣਾ ਚਾਹੇਗੀ ਤਾਂ ਉਸ ਨੂੰ ਇੱਕ ਪੁਖਤਾ ਕਾਰਨ ਦੱਸਣਾ ਪਵੇਗਾ ਜੋ ਕਿ ਉਸ ਦੇ ਕੋਲ ਨਹੀਂ ਹੈ। ਇਮੀਗ੍ਰੇਸ਼ਨ ਰਿਫਿਊਜ਼ਲ ਪ੍ਰੋਟੈਕਟ ਦੀ ਇੱਕ ਧਾਰਾ ਹੈ 101 ਅਨੁਸਾਰ, ਜਿਸ ਦੇ ਵਿੱਚ ਲਿਖਿਆ ਗਿਆ ਕਿ ਕ੍ਰਿਮੀਨਲਸ ਨੂੰ ਅਸਾਈਲਮ ਨਹੀਂ ਮਿਲਦੀ। ਵਕੀਲ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਇਮੀਗ੍ਰੇਸ਼ਨ ਰਿਫਿਊਜ਼ਲ ਪ੍ਰੋਟੈਕਟ ਐਕਟ ਦੀ ਧਾਰਾ 101 ਤੁਸੀਂ ਗੂਗਲ ਤੇ ਜਾ ਕੇ ਖੋਲ ਕੇ ਦੇਖ ਸਕਦੇ ਹੋ। ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਕਿਸੇ ਵੀ ਕ੍ਰਿਮੀਨਲ ਨੂੰ ਅਸਾਈਲਮ ਨਹੀਂ ਮਿਲਦੀ। ਜੇਕਰ ਅਜਿਹਾ ਹੁੰਦਾ ਤਾਂ ਪੂਰਾ ਕੈਨੇਡਾ ਕ੍ਰਿਮੀਨਲਸ ਦੇ ਨਾਲ ਹੀ ਭਰ ਜਾਂਦਾ। ਕਾਗਜ਼ ਦੀਆਂ ਤਲਵਾਰਾਂ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੇਅੰਤ ਕੌਰ ਦੇ ਵੱਲੋਂ ਵਕੀਲ ਸਾਹਿਬ ਦਾ ਕਹਿਣਾ ਸੀ, ਤੇ ਜਾਣ-ਬੁੱਝ ਕੇ ਅਜਿਹੀਆਂ ਗੱਲਾਂ ਕਰਕੇ ਉਹ ਬਚਕਾਨੀਆਂ ਹਰਕਤਾਂ ਕਰ ਰਹੀ ਹੈ। ਜੇਕਰ ਬੇਅੰਤ ਕੌਰ ਇਹ ਵੀ ਲਿਖਦੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ, ਇਸ ਬੇਸ ਤੇ ਵੀ ਉਸ ਨੂੰ ਅਸਾਈਲਮ ਨਹੀਂ ਮਿਲੇਗੀ ਕਿਉਂਕਿ ਉਸ ਤੇ ਧਾਰਾਵਾਂ ਲੱਗੀਆਂ ਹੋਈਆਂ ਨੇ। ਰਿਫਿਊਜ਼ਲ ਪ੍ਰੋਟੈਕਸ਼ਨ ਬੋਰਡ ਦੇ ਅਨੁਸਾਰ ਉਸ ਨੂੰ ਇੱਕ ਰੀਜ਼ਨ ਦੱਸਣਾ ਪਵੇਗਾ ਜੋ ਕਿ ਕੋਈ ਪੁਖਤਾ ਸੋਲਿਡ ਰੀਜ਼ਨ ਹੋਣਾ ਚਾਹੀਦਾ ਹੈ, ਪਰ ਬੇਅੰਤ ਕੌਰ ਦੇ ਕੋਲ ਕੋਈ ਰੀਜ਼ਨ ਨਹੀਂ ਹੈ ਅਸਾਈਲਮ ਲੈਣ ਦਾ। ਇਸ ਕਰਕੇ ਵੀ ਵਕੀਲ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਡਿਪੋਰਟ ਜ਼ਰੂਰ ਹੋਵੇਗੀ। तो बेअंत कौर ने चीटिंग की है, धोखा किया है सरकार दे नाल, ते हुण कैमिकल विसरा रिपोर्ट भी आ चुकी है सामने। पुलिस झूठा परचा दर्ज नहीं करती, ये भी कहा गया वकील साहब के वलों। पासपोर्ट रद्द हो सकता है तो उस तो बाद उसदियां प्रॉब्लम्स होर वधणगियां। बेअंत कौर नूं चेतावनी दी गई है। पीपल वैरीफिकेशन जो भी हुंदी है PR दे लई, या फिर जो असीं अपने देश तो विदेश जाते हैं तां भी पुलिस वैरीफिकेशन की जाती है। पर अजिहे मामले दे विच जेकर बेअंत कौर हुण PR लैण की कोशिश करती है तो उसका जिहड़ा बैकग्राउंड है वो सारी देखी जाएगी, तो उसते 420 306 के परचे दर्ज हो चुके हैं। तो दूसरा उसने कैनेडियन लॉ के अकॉर्डिंग भी कई तरह के कानून तोड़े ने, उस पर जल्द ही एक्शन होगा। फ्लाइट दे विच बिठा के उसनूं भेज दिता जाएगा। क्रू मैंबर नूं कहा जाएगा कि इसनूं दिल्ली एयरपोर्ट तो इलावा किते होर उतरन ना दिता जाए, अते दिल्ली एयरपोर्ट ते भी पुलिस नूं सौंप के आवो। वकील का कहना सी कि आने वाले समय के विच इंज होवेगा बेअंत कौर दे नाल कि उसते एक वड्डा एक्शन लिया जाएगा। उसनूं फ्लाइट दे विच बिठा के वापस भेजेगी सरकार। क्रू मैंबरस नूं खास तौर पर कहा जाएगा कि यह व्यक्ति सिर्फ पुलिस नूं ही सौंपया जाए। दिल्ली एयरपोर्ट ते पुलिस नूं सौंप के जाएगी। क्रू मैंबर की जिहड़ी टीम होवेगी, ये सब कुछ कहा गया वकील दे वल्लों, यानी कि जल्द ही डिपोर्ट होने दीयां सारियां अगलियां राहां दसियां जा रही ने। रिपोर्ट दे विच 420 306 लिख दी गई है। यह भी कहा गया कि धारा 40 इमीग्रेशन रिफ्यूजी एक्ट मिस रिप्रजेंटेशन की गई सी, कॉन्ट्रैक्ट मैरिज की गई सी, तो इन्हां सारियां गल्लां दे आधार ते ही बेअंत कौर जरूर ही डिपोर्ट होवेगी। तो करीब 20 पेजां की एक फाइल तैयार की गई है, जिस विच एफीडेविट भी लगाए गए ने, प्रूफ भी सारे लगाए गए ने। किहड़ियां गल्लां ते बेअंत कौर दे वल्लों गलतियां कीतियां गईयां सी, ओह खास तौर ते कागज़ पत्रां दे विच लिख के सरकार नूं उपर भेज दित्तियां गईयां ने ताकि बेअंत कौर की सच्चाई सामने लिआंदी जा सके। तो 5 साल के लिए पहला भी किसी को बैन किया गया सी, एक स्टूडेंट को पहला भी डिपोर्ट किया गया सी। उस केस का हवाला देंदे हुए वकील साहब के वलों दस्सिया गया कि एक स्टूडेंट जो कि कनेडा दे विच रहिंदा सी, उसने बाद दे विच अपील की सी, तरले मिन्नतां कीतियां सन, अपने भविख का भी हवाला देंदे हुए कहा सी कि उसनूं डिपोर्ट ना किया जाए, पर सरकारां ने उसकी एक नहीं मन्नी क्योंकि उसने कानून तोड़िया सी। उस केस दे विच उस स्टूडेंट व्यक्ति ने, स्टूडेंट मुंडे ने 20 घंटे तो ज़्यादा काम किया सी, ते इस गल की भिणक जदों सरकार नूं लगी क्योंकि वह 40 घंटे काम कर रहा सी स्टूडेंट होंदे होए, तो उस तो बाद उसनूं डिपोर्ट किया गया। उहदियां सारियां अपीलां अते दलीलां धरियां धराइयां रह गईयां अते अजिहे मामलिਆਂ दे विच वकील साहब का कहना है कि डिपोर्ट जरूर होवेगी बेअंत कौर क्योंकि उसने भी कई कानून तोड़े ने। तो बेअंत कौर के खिलाफ पेपर प्रूफ स्ट्रोंग होने की गल की जा रही है। वकील साहब का कहना सी कि इन्हां दे आधार पर ही बेअंत कौर जल्द तो जल्द डिपोर्ट हो के पंजाब वापस जरूर आएगी।